ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਧਾਰਮਿਕ ਸਥਾਨ ਤੇ ਸੈਕਸ਼ੂਅਲ ਅਸੌਲਟ ਦਾ ਮਾਮਲਾ, ਪੁਲਿਸ ਨੇ ਕੀਤੀ ਕਾਰਵਾਈ, ਮੰਗੀ ਮਦਦ। ਹੁਣ ਬਦਲ ਰਿਹਾ ਕੈਨੇਡਾ ਦਾ ਪਾਸਪੋਰਟ, ਹੁਣ ਪਾਸਪੋਰਟ ਹੋਵੇਗਾ ਆਧੁਨਿਕ। ਐਕਸਪ੍ਰੈਸ ਐਂਟਰੀ ਦੇ ਡਰਾਅ ਦਾ ਐਲਾਨ, ਉਮੀਦਵਾਰਾਂ ਦੀ ਜਾਗੀ ਕਿਸਮਤ। ਐਲਬਰਟਾ ਦੀ ਜੰਗਲ ਦੀ ਅੱਗ ਦਾ ਕਹਿਰ, ਅਧਿਕਾਰੀਆਂ ਨੇ ਦਿੱਤੀ ਖਾਸ ਜਾਣਕਾਰੀ। IRCC ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। PNP ਸਪੈਸੀਫਿਕ ਡਰਾਅ ਕੱਢਿਆ ਗਿਆ, ਜਿਸ ਤਹਿਤ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਕਿੰਨੇ ਰਹੇ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। IRCC ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜੋ ਕਿ PNP ਸਪੈਸੀਫਿਕ ਡਰਾਅ ਸੀ। ਇਸ ਡਰਾਅ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਦੱਸੀਏ ਕਿ ਸਾਲ 2023 ਦਾ IRCC ਵੱਲੋਂ ਅਜਿਹਾ 12ਵਾਂ ਡਰਾਅ ਕੱਢਿਆ ਗਿਆ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਡਰਾਅ ਦੇ ਵਿੱਚ 500 ਤੋਂ ਵੱਧ ਸੱਦੇ ਜਾਰੀ ਕੀਤੇ ਗਏ। ਇਸ PNP ਸਪੈਸੀਫਿਕ ਡਰਾਅ ਵਿੱਚ 599 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ ਤੇ ਨਾਲ ਹੀ ਦੱਸ ਦਈਏ ਕਿ ਇਸ ਡਰਾਅ ਦੇ ਵਿੱਚ ਘੱਟੋ ਘੱਟ 691 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਦੀ ਜ਼ਰੂਰਤ ਰਹੀ ਹੈ। 2 ਮਈ ਨੂੰ IRCC ਵੱਲੋਂ ਐਲਾਨ ਕੀਤਾ ਗਿਆ ਸੀ, ਜਿੱਥੇ ਉਹਨਾਂ ਵੱਲੋਂ ਕੁਝ ਬਦਲਾਵ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਲਈ ਕਿੰਨੇ ਫੰਡਸ ਦਿਖਾਉਣੇ ਜ਼ਰੂਰੀ ਨੇ, ਇਸ ਬਾਰੇ ਵੀ ਉਹਨਾਂ ਵੱਲੋਂ ਗੱਲ ਕੀਤੀ ਗਈ। ਇੱਕ ਉਮੀਦਵਾਰ ਲਈ ਜਾਂ ਫਿਰ ਬਹੁਤੇ ਉਮੀਦਵਾਰਾਂ ਲਈ ਹੁਣ ਕਿੰਨੇ ਫੰਡ ਦਿਖਾਉਣੇ ਪੈਣਗੇ, ਇਸ ਬਾਰੇ IRCC ਨੇ ਵੈਬਸਾਈਟ ਦੇ ਉੱਪਰ ਵੀ ਦੱਸਿਆ ਹੋਇਆ ਹੈ। ਜਾਣਕਾਰੀ ਲਈ ਦੱਸੀਏ ਕਿ ਇੱਕ ਉਮੀਦਵਾਰ ਲਈ $13,757, 2 ਵਾਸਤੇ $17,127, 3 ਵਾਸਤੇ $21,055, 4 ਵਾਸਤੇ $25,564, 5 ਵਾਸਤੇ $28,994, 6 ਵਾਸਤੇ $32,700, 7 ਵਾਸਤੇ $36,407 ਤੇ ਜੇਕਰ 7 ਤੋਂ ਵੱਧ ਲੋਕ ਨੇ ਤਾਂ ਉਹਨਾਂ ਹਰ ਇੱਕ ਵਾਸਤੇ $3,706 ਫੰਡਸ ਦੇ ਰੂਪ ਦੇ ਵਿੱਚ ਦਿਖਾਉਣੇ ਜ਼ਰੂਰੀ ਹਨ। ਇੱਥੇ ਵੀ ਦੱਸਣਯੋਗ ਹੈ ਕਿ 26 ਅਪ੍ਰੈਲ ਨੂੰ ਜੋ ਡਰਾਅ ਕੱਢਿਆ ਗਿਆ ਸੀ, ਉਸ ਤਹਿਤ 3,500 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਤੇ ਇਸ ਡਰਾਅ ਦੇ ਵਿੱਚ 483 ਅੰਕਾਂ ਦੀ ਵੀ ਜ਼ਰੂਰਤ ਰਹੀ। 12 ਅਪ੍ਰੈਲ ਦੇ ਡਰਾਅ ਦੇ ਵਿੱਚ 3,500 ਉਮੀਦਵਾਰਾਂ ਦੀ ਹੀ ਕਿਸਮਤ ਜਾਗੀ ਤੇ ਉਸ ਵੇਲੇ ਰੈਂਕਿੰਗ ਸਿਸਟਮ ਸਕੋਰ 486 ਦੀ ਜ਼ਰੂਰਤ ਸੀ। ਹੁਣ ਤੱਕ IRCC ਵੱਲੋਂ ਜੋ ਐਕਸਪ੍ਰੈਸ ਐਂਟਰੀ ਦੇ ਡਰਾਅ ਕੱਢੇ ਗਏ, ਉਸ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਜਾਗ ਚੁੱਕੀ ਹੈ। ਇਸ ਵਾਰ ਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਜੋ ਟਾਰਗੇਟ ਤੈਅ ਕੀਤਾ ਗਿਆ, ਉਸ ਨੂੰ ਪੂਰਾ ਕਰਨ ਸੰਬੰਧੀ ਹੁਣ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਕੈਨੇਡਾ ਦਾ ਪਾਸਪੋਰਟ ਹੁਣ ਬਦਲਣ ਜਾ ਰਿਹਾ ਹੈ। ਨਵਾਂ ਪਾਸਪੋਰਟ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ, ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਨੇ ਖਾਸ ਜਾਣਕਾਰੀ ਸਾਂਝੀ ਕੀਤੀ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਹੁਣ ਇਹ ਪਾਸਪੋਰਟ ਮਾਡਰਨ ਹੋਵੇਗਾ, ਜਿਸ ਦੇ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਦਾ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾਵੇਗਾ। ਹੁਣ ਕੈਨੇਡਾ ਦਾ ਪਾਸਪੋਰਟ ਬਦਲਣ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਅੱਜ ਦੱਸ ਦਿੱਤਾ ਗਿਆ ਕਿ ਨਵਾਂ ਕੈਨੇਡਾ ਦਾ ਪਾਸਪੋਰਟ ਕਿਸ ਤਰ੍ਹਾਂ ਦਾ ਦਿਖਣ ਵਾਲਾ ਹੈ। ਜੀ ਹਾਂ, ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦੇ ਨਾਲ ਕੁਝ ਹੋਰ ਮੰਤਰੀ ਵੀ ਮੌਜੂਦ ਰਹੇ। ਦੱਸ ਦਈਏ ਕਿ ਕੈਨੇਡੀਅਨ ਪਾਸਪੋਰਟ ਦਾ ਨਵਾਂ ਡਿਜ਼ਾਈਨ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ, ਇਸ ਦੀ ਸ਼ੁਰੂਆਤ ਸਾਲ 2013 ਦੇ ਵਿੱਚ ਕੀਤੀ ਗਈ ਸੀ। ਉਸ ਵੇਲੇ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਨਵੇਂ ਪਾਸਪੋਰਟ ਦੇ ਵਿੱਚ ਕੁਝ ਨਵੇਂ ਸਿਕਿਉਰਿਟੀ ਫੀਚਰਸ ਵੀ ਹੋਣਗੇ। ਇਸ ਨਵੇਂ ਪਾਸਪੋਰਟ ਦੇ ਰਾਹੀਂ ਜਿਹੜੇ ਕੈਨੇਡੀਅਨਸ ਨੇ, ਉਹਨਾਂ ਦੀ ਪਹਿਚਾਣ ਨੂੰ ਸੁਰੱਖਿਅਤ ਰੱਖਿਆ ਜਾਵੇਗਾ, ਜਿਸ ਵਾਸਤੇ ਨਵੇਂ ਫੀਚਰ ਬਣਾਏ ਜਾ ਰਹੇ ਨੇ ਤੇ ਮੰਤਰੀ ਫਰੇਜ਼ਰ ਵੀ ਇਸ ਬਾਰੇ ਹੀ ਗੱਲ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਨੇ ਦੱਸਿਆ ਕਿ ਨਵੇਂ ਪਾਸਪੋਰਟ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪੋਲੀਕਾਰਬੋਨੇਟ ਡਾਟਾ ਪੇਜ ਹੋਵੇਗਾ। ਪਾਸਪੋਰਟ ਹੋਲਡਰ ਦੀ ਜੋ ਨਿੱਜੀ ਜਾਣਕਾਰੀ ਹੈ, ਉਸ ਨੂੰ ਹੁਣ ਲੇਜ਼ਰ ਦੇ ਨਾਲ ਇਨਗ੍ਰੇਵ ਕੀਤਾ ਹੋਵੇਗਾ। ਪਹਿਲਾਂ ਇਸ ਨੂੰ ਸਿਆਹੀ ਦੇ ਨਾਲ ਪ੍ਰਿੰਟ ਕੀਤਾ ਹੁੰਦਾ ਸੀ, ਪਰ ਹੁਣ ਇਸ ਦੇ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ। ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਧਾਰਮਿਕ ਸਥਾਨ ਦੇ ਉੱਪਰ ਸੈਕਸ਼ੂਅਲ ਅਸੌਲਟ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਧਾਰਮਿਕ ਸਥਾਨ ਦੇ ਉੱਪਰ ਕੰਮ ਕਰਨ ਵਾਲੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਸਰੀ RCMP ਇਸ ਸੰਬੰਧੀ ਜਾਂਚ ਕਰ ਰਹੀ ਹੈ ਤੇ ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਦਿੱਤੀ ਗਈ। ਗੁਰੂ ਘਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੇ ਬਾਰੇ ਸਰੀ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਨਿਊਟਨ ਖੇਤਰ ਦੇ ਵਿੱਚ ਜੋ ਧਾਰਮਿਕ ਸਥਾਨ ਹੈ, ਉੱਥੋਂ ਸੈਕਸ਼ੂਅਲ ਅਸੌਲਟ ਦਾ ਮਾਮਲਾ ਸਾਹਮਣੇ ਹੈ, ਜਿਸ ਦੀ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਘਟਨਾ 4 ਮਈ 2023 ਦੀ ਦੱਸੀ ਜਾ ਰਹੀ ਹੈ। ਸਰੀ RCMP ਵੱਲੋਂ ਦੱਸਿਆ ਗਿਆ ਕਿ 15 ਸਾਲਾ ਇੱਕ ਲੜਕੀ ਦੇ ਨਾਲ ਸੈਕਸ਼ੂਅਲੀ ਅਸੌਲਟ ਹੋਇਆ ਹੈ।
ਇਹ ਮਾਮਲਾ ਗੁਰਦੁਆਰਾ ਦੁੱਖ ਨਿਵਾਰਨ ਦੇ ਨੇੜਿਓਂ ਸਾਹਮਣੇ ਆਇਆ। ਸਰੀ ਆਰਸੀਐਮਪੀ ਵੱਲੋਂ ਸਸਪੈਕਟਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਕ ਵਿਅਕਤੀ ਨੂੰ 5 ਮਈ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ। 58 ਸਾਲਾ ਸਸਪੈਕਟ ਨੂੰ ਕੁਝ ਸ਼ਰਤਾਂ ਦੇ ਉੱਪਰ ਰਿਹਾ ਕੀਤਾ ਗਿਆ, ਜਿੱਥੇ ਉਸ ਨੂੰ ਕਿਹਾ ਗਿਆ ਹੈ ਕਿ ਉਹ ਪੀੜਤ ਦੇ ਨੇੜੇ ਤੇੜੇ ਵੀ ਨਜ਼ਰ ਨਾ ਆਵੇ। ਇਸ ਤੋਂ ਇਲਾਵਾ ਹੈਰਾਨ ਕਰਨ ਵਾਲੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਸਸਪੈਕਟ ਦੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਉਹ ਧਾਰਮਿਕ ਸਥਾਨ ਦੇ ਉੱਪਰ ਹੀ ਕੰਮ ਕਰਦਾ ਸੀ। ਫਿਲਹਾਲ ਪੁਲਿਸ ਵੱਲੋਂ ਅਜੇ ਕਿਸੇ ਕਿਸਮ ਦੇ ਚਾਰਜਸ ਨਹੀਂ ਲਗਾਏ ਗਏ, ਪਰ ਉਹਨਾਂ ਵੱਲੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਮੰਗੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਉਹਨਾਂ ਨੂੰ ਜਾਂਚ ਦੇ ਵਿੱਚ ਸਹਾਇਤਾ ਮਿਲ ਸਕੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੁਝ ਮੁੱਦੇ ਚੁੱਕੇ ਗਏ। ਉਹਨਾਂ ਵੱਲੋਂ ਪ੍ਰਿਸਕ੍ਰਿਪਸ਼ਨ ਡਰੱਗਸ ਦੀ ਗੱਲ ਕੀਤੀ ਤੇ ਨਾਲ ਹੀ ਉਹ ਵਿਦੇਸ਼ੀ ਦਖਲਅੰਦਾਜ਼ੀ ਦੇ ਬਾਰੇ ਵੀ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੁਝ ਮੁੱਦਿਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਪ੍ਰਿਸਕ੍ਰਿਪਸ਼ਨ ਡਰੱਗ ਕੀਮਤਾਂ ਅਤੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਆਪਣਾ ਪੱਖ ਰੱਖਿਆ। ਐਨਡੀਪੀ ਲੀਡਰ ਵੱਲੋਂ ਇਸ ਬਾਰੇ ਹੋਰ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Good to see you all. I'll just do a quick opening and then I'm ready for your questions. And I'll take more than one question for sure. We have seen the cozy relationship with the Liberal government and the pharmaceutical industry. It's so cozy that in less than a year, the Liberals have met with the pharmaceutical lobbyists more than 126 times. And it's also no wonder that we pay the third highest cost of medication in the world. We often compare ourselves to America and think that our prices are good, but we actually are the third most expensive in the world. Only Switzerland and US are more expensive than us. And there was a simple change that the Prime Minister promised to make in 2017, a minor change that would have significantly reduced the cost of medication. 6 years later, he hasn't done it. And we're going to be asking the question today in the House of Commons, why is the Prime Minister protecting the profits of billionaires rather than protecting Canadians by bringing in that change that he promised to do 6 years ago that would lower the cost of medication for Canadians? Donc, on sait que le gouvernement libéral est tellement proche, trop proche aux entreprises pharmaceutiques. On paye parmi les plus chers pour les médicaments au Canada parmi le monde, parmi les pays les plus chers pour les médicaments. Et c'est clair que c'est parce que le gouvernement libéral veut protéger les profits des milliardaires au lieu de protéger les Canadiens. C'est quelque chose qu'on va changer. Il y a un petit changement qui peut réduire les coûts des médicaments massivement, mais le gouvernement refuse de le faire. On va poser la question aujourd'hui pourquoi continue de protéger les intérêts des grands pharmaceutiques au lieu des Canadiens. ਇਮੀਗ੍ਰੇਸ਼ਨ ਮੰਤਰੀ ਦੇ ਉੱਪਰ ਇਲਜ਼ਾਮ ਲਗਾਏ ਨੇ। ਐਨਡੀਪੀ ਵੱਲੋਂ ਇਸ ਸੰਬੰਧੀ ਆਪਣਾ ਪੱਖ ਰੱਖਿਆ ਗਿਆ ਤੇ ਉਹਨਾਂ ਨੇ ਸੂਬੇ ਦੇ ਇਮੀਗ੍ਰੇਸ਼ਨ ਮੰਤਰੀ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ। ਐਨਡੀਪੀ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਮਿਨਿਸਟਰ ਨੂੰ ਯੂਕਰੇਨੀਆਂ ਦੀ ਮਦਦ ਦੀ ਬਜਾਏ ਸੁਰੱਖਿਆ ਬਟੋਰਨ ਵਿੱਚ ਵੱਧ ਦਿਲਚਸਪੀ ਹੈ। ਜੀ ਹਾਂ, ਐਨਡੀਪੀ ਵੱਲੋਂ ਇਸ ਸੰਬੰਧੀ ਨਿਸ਼ਾਨਾ ਸਾਧਿਆ ਗਿਆ। ਨਿਊਫਾਊਂਡਲੈਂਡ ਐਂਡ ਲੈਬਰਾਟੋਰ ਸੂਬੇ ਦੇ ਐਨਡੀਪੀ ਲੀਡਰ ਦਾ ਇਸ ਬਾਰੇ ਕਹਿਣਾ ਹੈ ਕਿ ਸੂਬਾਈ ਇਮੀਗ੍ਰੇਸ਼ਨ ਮਿਨਿਸਟਰ ਨੂੰ ਯੂਕਰੇਨੀਆਂ ਦੀ ਮਦਦ ਦੀ ਬਜਾਏ ਹੁਣ ਸੁਰੱਖਿਆ ਬਟੋਰਨ ਦੀ ਵੱਧ ਦਿਲਚਸਪੀ ਹੈ। ਰੁਜ਼ਗਾਰ ਤੇ ਰਿਹਾਇਸ਼ ਭਾਲ ਵਿੱਚ ਯੂਕਰੇਨੀ ਲੋਕਾਂ ਦੇ ਸੰਘਰਸ਼ ਨੂੰ ਉਜਾਗਰ ਕਰਦੀ ਇੱਕ ਰਿਪੋਰਟ ਤੋਂ ਬਾਅਦ ਮੰਗਲਵਾਰ ਨੂੰ ਹਾਊਸ ਆਫ ਅਸੈਂਬਲੀ ਦੇ ਵਿੱਚ ਪ੍ਰਸ਼ਨ ਕਾਲ ਦੌਰਾਨ ਐਨਡੀਪੀ ਲੀਡਰ ਜਿਮ ਨੇ ਕਿਹਾ ਕਿ ਯੂਕਰੇਨੀ ਲੋਕਾਂ ਦੀ ਆਮਦ ਤੋਂ ਪਹਿਲਾਂ ਹੀ ਸੂਬਾ ਹਾਊਸਿੰਗ ਸੰਕਟ ਦੀ ਕਗਾਰ ਦੇ ਉੱਪਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਮਾਂ ਰਹਿੰਦਿਆਂ ਜਨਤਕ ਰਿਹਾਇਸ਼ਾਂ ਦਾ ਨਿਰਮਾਣ ਕਿਉਂ ਨਹੀਂ ਕੀਤਾ ਤੇ ਅੱਗੇ ਦੀ ਯੋਜਨਾ ਕਿਉਂ ਨਹੀਂ ਬਣਾਈ, ਜਦਕਿ ਉਸ ਨੂੰ ਜਾਣਕਾਰੀ ਸੀ ਕਿ ਸੂਬੇ ਵਿੱਚ ਰਿਹਾਇਸ਼ ਦਾ ਸੰਕਟ ਵੱਧ ਸਕਦਾ ਹੈ। ਆਪਣੇ ਜਵਾਬ ਦੇ ਵਿੱਚ ਸੂਬੇ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਸੰਕਟ ਅਤੇ ਐਮਰਜੈਂਸੀ ਪਹਿਲਾਂ ਤੋਂ ਹੀ ਸੂਚਿਤ ਕਰਕੇ ਨਹੀਂ ਆਉਂਦੇ ਤੇ ਸਰਕਾਰ ਉੱਪਰ ਤੁਰੰਤ ਕਦਮ ਚੁੱਕਣ ਦੀ ਜ਼ਿੰਮੇਵਾਰੀ ਸੀ। ਡੈਨ ਦਾ ਕਹਿਣਾ ਹੈ ਕਿ ਮਿਨਿਸਟਰ ਗੈਰੀ ਇਹ ਸੁਝਾਅ ਦੇ ਚੁੱਕੇ ਨੇ ਕਿ ਯੂਕਰੇਨੀਆਂ ਦੇ ਨੌਕਰੀਦਾਤਾਵਾਂ ਨੂੰ ਹਾਊਸਿੰਗ ਸੰਬੰਧੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਲੱਗਦਾ ਹੈ ਕਿ ਮਿਨਿਸਟਰ ਮਿਹਨਤ ਵਾਲਾ ਕੰਮ ਬਾਕੀਆਂ ਤੇ ਛੱਡ ਕੇ ਆਪ ਸਿਰਫ ਸੁਰੱਖਿਆ ਬਣਾਉਣ ਵਿੱਚ ਜ਼ਿਆਦਾ ਰੁਚੀ ਰੱਖਦੇ ਨੇ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਰੁਜ਼ਗਾਰਦਾਤਾ ਆਪਣੇ ਮੁਲਾਜ਼ਮਾਂ ਦੀ ਸਮੁੱਚੀ ਭਲਾਈ ਅਤੇ ਸੰਤੁਲਨ ਦੀ ਜ਼ਿੰਮੇਵਾਰ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਯੂਕਰੇਨੀ ਪ੍ਰਵਾਸੀਆਂ ਦੀ ਦੇਖਭਾਲ ਵਾਸਤੇ ਰੁਜ਼ਗਾਰਦਾਤਾਵਾਂ ਨੂੰ ਇਕੱਲੇ ਛੱਡ ਦਿੱਤਾ ਗਿਆ ਹੈ।
ਡਿਨ ਵੱਲੋਂ ਇਸ ਬਾਰੇ ਪੁੱਛਿਆ ਗਿਆ ਕਿ ਕਿਸੇ ਕਮੇਟੀ ਦੀ ਮੀਟਿੰਗ ਦੌਰਾਨ ਉਹਨਾਂ ਦਾ ਕੀ ਮਤਲਬ ਸੀ ਜਦੋਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਨੌਕਰੀਦਾਤਾ ਲੱਭਣ ਦੀ ਲੋੜ ਹੈ ਜੋ ਕਿ ਵਾਜਬ ਫੁੱਲ ਟਾਈਮ ਰੇਟ ਦੇ ਭੁਗਤਾਨ ਕਰਨ ਲਈ ਤਿਆਰ ਹੋਣ। ਡਿਨ ਨੇ ਕਿਹਾ ਕਿ ਮਿਨਿਸਟਰ ਇਹ ਸਪਸ਼ਟ ਕਰਨਗੇ ਕਿ ਵਾਜਬ ਰੇਟ ਤੋਂ ਉਹਨਾਂ ਦਾ ਕੀ ਮਤਲਬ ਹੈ, ਕਿ ਇਸ ਦਾ ਮਤਲਬ $15 ਪ੍ਰਤੀ ਘੰਟਾ ਵੇਜ ਰੇਟ ਹੈ ਜਿਸ ਦੀ ਅਸੀਂ ਉਮੀਦ ਕਰ ਰਹੇ ਹਾਂ, ਜਾਂ ਫਿਰ ਇਸ ਦਾ ਮਤਲਬ ਵਾਸਤਵਿਕ ਰੁਜ਼ਗਾਰ ਯੋਗ ਵੇਜ ਹੈ ਜੋ ਕਿ ਕਰੀਬ $21 ਪ੍ਰਤੀ ਘੰਟਾ ਬਣਦੀ ਹੈ। ਨਿਊਫਾਊਂਡਲੈਂਡ ਐਂਡ ਲੈਬਰਾਡੋਰ ਸੂਬੇ ਵਿੱਚ ਮੌਜੂਦਾ ਵੇਜ ਰੇਟ $14.50 ਪ੍ਰਤੀ ਘੰਟਾ ਹੈ ਜੋ ਕਿ ਅਕਤੂਬਰ ਵਿੱਚ ਵੱਧ ਕੇ $15 ਪ੍ਰਤੀ ਘੰਟਾ ਹੋ ਜਾਵੇਗਾ। ਅਲਬਰਟਾ ਵਿੱਚ ਜੰਗਲ ਦੀ ਅੱਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅਲਬਰਟਾ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਬਾਰੇ ਅਧਿਕਾਰੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ ਕਈ ਥਾਵਾਂ ਦੇ ਉੱਪਰ ਜੰਗਲ ਦੀ ਅੱਗ ਬੇਕਾਬੂ ਹੈ ਜਿਸ ਦੇ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਲਬਰਟਾ ਦੇ ਵਿੱਚ ਇਸ ਸਮੇਂ ਜੋ ਜੰਗਲ ਦੀ ਅੱਗ ਦੀ ਸਥਿਤੀ ਹੈ ਉਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਪਿਛਲੇ ਦਿਨੀ ਅਲਬਰਟਾ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿੱਥੇ ਦੱਸਿਆ ਗਿਆ ਕਿ ਪ੍ਰਭਾਵਿਤ ਲੋਕਾਂ ਨੂੰ ਰਾਹਤ ਉਹਨਾਂ ਵੱਲੋਂ ਦਿੱਤੀ ਜਾਏਗੀ। ਮੌਜੂਦਾ ਸਮੇਂ ਅਲਬਰਟਾ ਵਿੱਚ ਕਈ ਥਾਵਾਂ ਦੇ ਉੱਪਰ ਜੰਗਲ ਦੀ ਅੱਗ ਬੇਕਾਬੂ ਹੈ ਜਿਸ ਦੇ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਪਣੇ ਘਰ ਵੀ ਛੱਡਣੇ ਪੈ ਗਏ। ਹੁਣ ਅਧਿਕਾਰੀਆਂ ਵੱਲੋਂ ਇਸ ਬਾਰੇ ਕੀ ਤਾਜ਼ਾ ਅਪਡੇਟ ਦਿੱਤੀ ਗਈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। Alberta continues to be under a provincial state of emergency, and the Provincial Emergency Coordination Centre remains at level 4. As of 3 p.m. today, there are 88 active wildfires burning in areas throughout the province. In addition to the provincial state of emergency, there are 19 states of local emergency, as well as 2 banned council resolutions. At this time, there are 12 evacuation orders in place. As of last night, the evacuation order for the town of Edson and some areas of Yellowhead County from Marlborough to the Chip Lake area has officially been lifted by the municipality. While there has been some rain in the past 24 hours, we remind everyone that the situation can change rapidly and there continue to be dry conditions in many parts of the province. It's important that residents in affected communities remain diligent and be prepared to leave on short notice. Those who are on evacuation alert should pack important medication and documents, enough food and supplies for a minimum of 3 days, and plan to bring pets. We strongly encourage all Albertans to download the Alberta Emergency Alert app so they get alerts and important information directly to their cellular phone. At this time, the estimated number of evacuees is at just over 24,000. Which is a decline from 29,000 stated yesterday. Approximately 11,000 evacuees have registered at 11 reception centres, which is up from yesterday. I highly encourage all evacuees to register so they can be connected to resources and assistance. Those who are unable to go to a reception centre can register online. Evacuees who require assistance can also call 310-4455 for wildfire and evacuee related information. ਕਈਆਂ ਦੀ ਨੌਕਰੀ ਖਤਰੇ ਦੇ ਵਿੱਚ ਹੈ। ਕਈ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਇੱਕ ਕੰਪਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 200 ਤੋਂ ਵੱਧ ਕਰਮਚਾਰੀਆਂ ਨੂੰ ਹੁਣ ਆਪਣਾ ਕੰਮ ਛੱਡਣਾ ਪੈ ਸਕਦਾ ਹੈ। ਇਸ ਦਾ ਕਾਰਨ ਵੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ। ਕਈ ਮੁਲਾਜ਼ਮਾਂ ਦੀ ਨੌਕਰੀ ਖਤਰੇ ਵਿੱਚ ਹੈ ਕਿਉਂਕਿ ਹਡਸਨ ਵੱਲੋਂ ਵੀ ਹੁਣ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ 250 ਦੇ ਕਰੀਬ ਕਰਮਚਾਰੀਆਂ ਨੂੰ ਕੰਮ ਤੋਂ ਕੱਢਿਆ ਜਾਵੇਗਾ। ਜੀ ਹਾਂ, ਹਡਸਨ ਵੀ ਨੇ ਆਪਣੇ 250 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਲਿਆ ਹੈ। ਇਸੇ ਸਾਲ ਕੰਪਨੀ ਵੱਲੋਂ ਦੂਜੀ ਵਾਰੀ ਕਾਮਿਆਂ ਦੀ ਛਾਂਟੀ ਕੀਤੀ ਜਾ ਰਹੀ ਹੈ। ਹਡਸਨ ਵੀ ਕੰਪਨੀ ਦੀ ਕੈਨੇਡੀਅਨ ਬ੍ਰਾਂਚ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਛਾਂਟੀਆਂ ਕਾਰਪੋਰੇਟ ਮੁਲਾਜ਼ਮਾਂ ਦੀਆਂ ਹੋਣਗੀਆਂ। ਇਸ ਛਾਂਟੀ ਦੇ ਨਾਲ ਨੌਕਰੀ ਤੋਂ ਬਾਹਰ ਹੋਏ ਮੁਲਾਜ਼ਮਾਂ ਦੀ ਕੁੱਲ ਗਿਣਤੀ 500 ਹੋ ਜਾਵੇਗੀ। ਦੱਸ ਦਈਏ ਕਿ ਛਾਂਟੀਆਂ ਵਿੱਚ ਹਡਸਨ ਵੇ ਦੇ ਕੈਨੇਡਾ ਵਿੱਚ ਮੌਜੂਦ 84 ਸਟੋਰਾਂ ਵਿੱਚੋਂ ਕਿਸੇ ਵੀ ਰਿਟੇਲ ਵਰਕਰ ਦੀ ਨੌਕਰੀ ਪ੍ਰਭਾਵਿਤ ਨਹੀਂ ਹੋਈ। ਕੰਪਨੀ ਦੀ ਸਪੋਕਸਪਰਸਨ ਵੱਲੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਕੰਪਨੀ ਦੇ ਕੰਮਕਾਜ ਨੂੰ ਚੰਗਾ ਬਣਾਉਣ ਅਤੇ ਇਸ ਨੂੰ ਲੀਹ ਦੇ ਉੱਪਰ ਲੈ ਕੇ ਆਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਟਿਫਨੀ ਦਾ ਕਹਿਣਾ ਹੈ ਕਿ ਰਿਟੇਲ ਉਦਯੋਗ ਦੇ ਵਿੱਚ ਆਰਥਿਕ ਦਬਾਅ ਉਮੀਦ ਨਾਲੋਂ ਵਧੇਰੇ ਸਮਾਂ ਬਰਕਰਾਰ ਰਹਿਣ ਕਾਰਨ ਹੋਰ ਮੁਲਾਜ਼ਮਾਂ ਦੀ ਛਾਂਟੀ ਦਾ ਫੈਸਲਾ ਮਜਬੂਰਨ ਕਰਨਾ ਪਿਆ। ਉਹਨਾਂ ਦਾ ਕਹਿਣਾ ਹੈ ਕਿ ਕੰਪਨੀ ਨਿਰਪੱਖਤਾ ਅਤੇ ਸਤਿਕਾਰ ਵਾਸਤੇ ਵਚਨਬੱਧ ਹੈ ਤੇ ਪ੍ਰਭਾਵਿਤ ਮੁਲਾਜ਼ਮਾਂ ਦੀ ਬਣਦੀ ਮਦਦ ਵੀ ਉਹਨਾਂ ਵੱਲੋਂ ਕੀਤੀ ਜਾਵੇਗੀ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਕਈ ਹੋਰ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨੂੰ ਕੰਮ ਤੋਂ ਕੱਢ ਚੁੱਕੀਆਂ ਨੇ ਜਿਸ ਦਾ ਕਾਰਨ ਵੀ ਉਹਨਾਂ ਵੱਲੋਂ ਦੱਸਿਆ ਗਿਆ। ਅਮਰੀਕਾ ਬਾਰਡਰ ਦੇ ਉੱਪਰ ਲੋਕ ਬੈਠੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਟਾਈਟਲ 42 ਖਤਮ ਹੁੰਦਾ ਹੈ ਪਰ ਬਾਈਡਨ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਹੀ ਸਖਤੀ ਦਾ ਐਲਾਨ ਕਰ ਦਿੱਤਾ।
ਹੋਮਲੈਂਡ ਸਿਕਿਉਰਿਟੀ ਵੱਲੋਂ ਆਪਣੀ ਯੋਜਨਾ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਹੁਣ ਜਿਹੜੇ ਬਾਰਡਰ ਦੇ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਉੱਪਰ ਸਖਤੀ ਕੀਤੀ ਜਾਵੇਗੀ। ਡੈਪੂਟੇਸ਼ਨ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਣਾ ਉਹਨਾਂ ਦਾ ਮੁੱਖ ਮਕਸਦ ਹੋਣ ਵਾਲਾ ਹੈ। ਬਾਰਡਰ ਦੇ ਉੱਪਰ ਜੋ ਐਕਟਿਵ ਟਰੂਪਸ ਜਾਣੀ ਕਿ ਫੌਜ ਨੇ ਉਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਅਮਰੀਕਾ ਮੈਕਸੀਕੋ ਬਾਰਡਰ ਦੇ ਉੱਪਰ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਦੱਸ ਦਈਏ ਕਿ 11 ਮਈ ਨੂੰ ਜਾਣੀ ਕਿ ਕੱਲ ਟਾਈਟਲ 42 ਖਤਮ ਹੋਣ ਜਾ ਰਿਹਾ ਹੈ, ਜਿਸ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਨੇ ਐਲਾਨ ਕਰ ਦਿੱਤਾ ਕਿ ਉਹਨਾਂ ਵੱਲੋਂ ਮਾਈਗ੍ਰੈਂਟਸ ਨੂੰ ਰੋਕਣ ਸੰਬੰਧੀ ਕੀ ਕਦਮ ਚੁੱਕੇ ਜਾਣਗੇ। ਸੋਰਸਿਸ ਦੇ ਹਵਾਲੇ ਤੋਂ ਇੱਕ ਹੋਰ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਕੁਝ ਮਾਈਗ੍ਰੈਂਟਸ ਨੂੰ ਬਿਨਾਂ ਕੋਰਟ ਡੇਟ ਦਿੱਤਿਆਂ ਰਿਹਾ ਕੀਤਾ ਜਾਵੇਗਾ। ਦੱਸ ਦਈਏ ਕਿ ਮੰਗਲਵਾਰ ਨੂੰ 11,000 ਦੇ ਕਰੀਬ ਮਾਈਗ੍ਰੈਂਟਸ ਵੱਲੋਂ ਸਦਰਨ ਬਾਰਡਰ ਪਾਰ ਕੀਤਾ ਗਿਆ, ਜਿਸ ਬਾਰੇ ਅੰਕੜਾ ਜਾਰੀ ਕੀਤਾ ਗਿਆ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਵੱਲੋਂ ਇਸ ਗੱਲ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਕਿ ਹੁਣ ਰੋਜ਼ਾਨਾ 11,000 ਤੋਂ ਵੱਧ ਲੋਕ ਇੱਕ ਦਿਨ ਦੇ ਵਿੱਚ ਬਾਰਡਰ ਪਾਰ ਕਰ ਸਕਦੇ ਹਨ ਤੇ ਅਜਿਹੇ ਵਿੱਚ ਉਹਨਾਂ ਵੱਲੋਂ ਹੁਣ ਸਖਤੀ ਵੀ ਵਰਤੀ ਜਾਵੇਗੀ। ਜਿਹੜੇ ਮਾਈਗ੍ਰੈਂਟਸ ਬਾਰਡਰ ਪਾਰ ਕਰਕੇ ਆਉਣਗੇ ਉਹਨਾਂ ਨੂੰ ਸਕਰੀਨਿੰਗ ਵਿੱਚੋਂ ਲੰਘਣਾ ਪਏਗਾ, ਭਾਵ ਕਿ ਉਹਨਾਂ ਦੇ ਸਖਤੀ ਦੇ ਨਾਲ ਬਿਆਨ ਹੋਣਗੇ। ਇਹਨਾਂ ਬਿਆਨਾਂ ਤੋਂ ਹੀ ਤੈਅ ਹੋਵੇਗਾ ਕਿ ਉਹਨਾਂ ਨੂੰ ਅਮਰੀਕਾ ਦੇ ਵਿੱਚ ਅਸਾਈਲਮ ਦਿੱਤੀ ਜਾਣੀ ਹੈ ਜਾਂ ਫਿਰ ਨਹੀਂ। ਦੱਸ ਦਈਏ ਕਿ 11:49 ਦੇ ਉੱਪਰ ਟਾਈਟਲ 42 ਕੱਲ ਖਤਮ ਹੋਣ ਜਾ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਮੇਂ ਬਾਰਡਰ ਦੇ ਉੱਪਰ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਟਾਈਟਲ 42 ਖਤਮ ਹੋਵੇ ਤਾਂ ਕਿ ਉਹਨਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਸਕੇ। ਪਰ ਬਾਈਡਨ ਪ੍ਰਸ਼ਾਸਨ ਵੱਲੋਂ ਅਜਿਹੇ ਦੇ ਵਿੱਚ ਪਹਿਲਾਂ ਹੀ ਸਖਤ ਨਿਯਮਾਂ ਦਾ ਐਲਾਨ ਕਰ ਦਿੱਤਾ ਗਿਆ। ਸਕੂਲ ਦੇ ਨੇੜੇ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 2 ਜਣੇ ਜ਼ਖਮੀ ਹੋਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੀੜਤਾਂ ਦੀ ਪਹਿਚਾਣ ਨਹੀਂ ਦੱਸੀ ਗਈ। ਆਕਲੈਂਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਕੂਲ ਦੇ ਨੇੜੇ 2 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਅਧਿਕਾਰੀਆਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਬਹੁਤੀ ਅਪਡੇਟ ਤਾਂ ਨਹੀਂ ਦੱਸੀ, ਪਰ ਕੁਝ ਗੱਲਾਂ ਦਾ ਜ਼ਿਕਰ ਕੀਤਾ ਗਿਆ। ਦੱਸ ਦਈਏ ਕਿ ਆਕਲੈਂਡ ਦੇ ਹਾਈ ਸਕੂਲ ਦੇ ਨੇੜੇ ਇੱਕ ਹਾਦਸਾ ਵਾਪਰਿਆ ਜਿੱਥੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਸੰਬੰਧ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆਫੀਸਰਸ ਦਾ ਕਹਿਣਾ ਹੈ ਕਿ ਕੈਸਲਮੌਂਟ ਹਾਈ ਸਕੂਲ ਦੇ ਨੇੜੇ 5:30 ਦੇ ਕਰੀਬ ਗੋਲੀਆਂ ਚੱਲੀਆਂ ਨੇ। ਜਦੋਂ ਪੁਲਿਸ ਅਧਿਕਾਰੀ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੂੰ ਇੱਥੇ 2 ਵਿਅਕਤੀ ਮਿਲੇ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਫਿਰ ਇਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਮੌਜੂਦਾ ਸਮੇਂ ਦੋਹਾਂ ਦਾ ਹੀ ਇਲਾਜ ਚੱਲ ਰਿਹਾ ਤੇ ਉਹਨਾਂ ਦੀ ਹਾਲਤ ਬਿਹਤਰ ਦੱਸੀ ਜਾ ਰਹੀ ਹੈ। ਫਿਲਹਾਲ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਗੋਲੀਬਾਰੀ ਦਾ ਮਾਮਲਾ ਹਾਈ ਸਕੂਲ ਦੇ ਨਾਲ ਜੁੜਿਆ ਹੋਇਆ ਸੀ ਜਾਂ ਫਿਰ ਨਹੀਂ। ਪੁਲਿਸ ਅਧਿਕਾਰੀਆਂ ਨੇ ਪੀੜਤਾਂ ਦੇ ਨਾਮ ਵੀ ਅਜੇ ਜਨਤਕ ਨਹੀਂ ਕੀਤੇ। ਆਕਲੈਂਡ ਪੁਲਿਸ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ 5102383426 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕਮਲਾ ਹੈਰਿਸ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਵਾਈਸ ਪ੍ਰੈਜ਼ੀਡੈਂਟ ਆਪਣੇ ਵਿਚਾਰ ਵੀ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਵੀ ਸਾਂਝੀ ਕੀਤੀ ਹੈ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਨਾਲ ਜੁੜੀ ਹੋਈ ਖਾਸ ਖਬਰ ਸਾਹਮਣੇ ਆਈ ਹੈ, ਜਿੱਥੇ ਉਹਨਾਂ ਵੱਲੋਂ ਰਾਸ਼ਟਰਪਤੀ ਦੇ ਐਡਵਾਈਜ਼ਰੀ ਕਮਿਸ਼ਨ ਦੀ ਸਹੁੰ ਚੁੱਕੀ ਗਈ ਹੈ। ਇਸ ਦੌਰਾਨ ਕੀ ਕੁਝ ਕਿਹਾ ਗਿਆ ਤੇ ਉਹਨਾਂ ਵੱਲੋਂ ਕੀ ਵਿਚਾਰ ਸਾਂਝੇ ਕੀਤੇ ਗਏ, ਆਓ ਤੁਹਾਨੂੰ ਸੁਣਾਉਂਦੇ ਹਾਂ। In our country, to have as the leader of probably one of the most important functions of government, which is education, to have as the leader of all that we are doing in that regard, Miguel Cardona. As he said, he and I have been traveling the country together. We've been spending some time together, including talking about KRS-One. That's a whole other, some people know what I'm talking about, some people don't. But you truly, he puts so much heart into this work and commitment, and you see the beauty of our children. You know, I think there's so much about the mission of this commission and the work that we all do that requires us to see that, to see those bright eyes, to see those beautiful smiles, because they believe that we believe in them. And it is because of that that they aspire, they have ambition, and they achieve all of their God-given potential. Having leaders who I think so many of us have had as mentors, as the people who raised us, as the communities that raised us, that looked at us, I'll speak for myself, and they convinced us we were special. We weren't particularly special.
But we believed them when they told us that we were. And so we thought then about what we could achieve and our responsibility. And we had a sense of optimism about what we could do. And for so many of us, doing something that someone like us had never done before. ਰਾਸ਼ਟਰਪਤੀ ਬਾਈਡਨ ਵੱਲੋਂ ਕੁਝ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੇ ਵਿੱਚ ਕਿਹੜੀਆਂ ਚੀਜ਼ਾਂ ਖਾਸ ਨਿਕਲ ਕੇ ਸਾਹਮਣੇ ਆਈਆਂ, ਇਸ ਬਾਰੇ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਰਾਸ਼ਟਰਪਤੀ ਬਾਈਡਨ ਦਾ ਕੀ ਕਹਿਣਾ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਾਂਗਰੈਸ਼ਨਲ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ, ਇਸ ਬਾਰੇ ਰਾਸ਼ਟਰਪਤੀ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। First, I just finished, I thought, a productive meeting with the congressional leadership about the path forward to make sure America does not default, emphasize does not default on this debt for the first time in our history. I'm pleased but not surprised to hear Republican Minority Leader of the United States Senate saying that at our meeting that the United States is not going to default, never has, and it never will. He's absolutely correct. We agree to continue our discussions, and we're going to meet again on Friday. In the meantime, our staffs are going to meet today and daily between now and then, and everyone in the meeting understood the risk of default. Our economy would fall into a significant recession. It would devastate retirement accounts, increase borrowing costs. According to Moody's, nearly 8 million Americans would lose their jobs, and our international reputation would be damaged in the extreme. The last part is me, international. Moody's did not say the last part about damage in the extreme. I made clear during our meeting that default is not an option. Repeated that time and again. America is not a deadbeat nation. We pay our bills, and avoiding default is a basic duty of the United States Congress. In fact, they did it 3 times under my predecessor without not one time creating a crisis, rattling the markets, or undermining the unshakable trust the world has in America's commitment to paying its bills. And I'll remind you, the national debt went up 40% over the 200-year, went up 40% under my predecessor. And that's the problem we're dealing with today. I might note parenthetically, in my first 2 years, I reduced the debt by $1.7 trillion. No president's ever done that. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਦੇ ਉੱਪਰ। ਧਾਰਮਿਕ ਸਥਾਨ ਤੇ ਸੈਕਸ਼ੂਅਲ ਅਸੌਲਟ ਦਾ ਮਾਮਲਾ, ਪੁਲਿਸ ਨੇ ਕੀਤੀ ਕਾਰਵਾਈ, ਮੰਗੀ ਮਦਦ। ਹੁਣ ਬਦਲ ਰਿਹਾ ਕੈਨੇਡਾ ਦਾ ਪਾਸਪੋਰਟ, ਹੁਣ ਪਾਸਪੋਰਟ ਹੋਵੇਗਾ ਆਧੁਨਿਕ। ਐਕਸਪ੍ਰੈਸ ਐਂਟਰੀ ਦੇ ਡਰਾਅ ਦਾ ਐਲਾਨ, ਉਮੀਦਵਾਰਾਂ ਦੀ ਜਾਗੀ ਕਿਸਮਤ। ਐਲਬਰਟਾ ਦੀ ਜੰਗਲ ਦੀ ਅੱਗ ਦਾ ਕਹਿਰ, ਅਧਿਕਾਰੀਆਂ ਨੇ ਦਿੱਤੀ ਖਾਸ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।